ਮੈਨੂੰ ਨੌਕਰੀ ਪਹਿਲਾਂ ਜ਼ਰੂਰੀ ਹੈ, ਮੈਨੂੰ ਘਰ ਬਾਅਦ ਚੋਂ। ਮੇਰੇ ਦੇਸ਼ ਦੀ ਸੇਵਾ ਲਈ ਕੁਰਬਾਨ ਹੋ ਗਏ। ਮੇਰੇ ਬੰਦੇ ਕੁਛ ਨਹੀਂ ਅੱਜ ਦੇ ਤਸਵਾਦਾਂ ਤੋਂ ਬਿਨਾਂ। ਅਜਮਾਨ ਹੈ, ਬੇਸ਼ੱਕ ਦੁੱਖ ਹੈ, ਪਰ ਦੇਸ਼ ਦੇ ਲਈ ਜਾਨ ਲਿਖੇ ਲਾਈ ਹੈ। ਗੁਰੂ ਮਹਾਰਾਜ ਪੰਜੀ ਕੀ ਹਾਲਾਤ? ਮੇਰੀ ਮੈਰਿਜ ਨੂੰ ਮੈਂ ਇਸ ਕਮਰੇ ਦੇ ਵਿੱਚ ਬੈਠੀ 16 ਸਾਲ ਚ ਉਹਨੇ ਆਪਣਾ ਘਰ ਨਹੀਂ ਬਣਾਇਆ ਗਿਆ। ਕੋਈ ਗੱਲ ਨਹੀਂ, ਮੇਰਾ ਪਰਿਵਾਰ ਆ, ਮੇਰੇ ਜਦੋਂ ਕਰਮਾਂ ਚ ਹੋਇਆ ਬਣ ਜਾਊਗਾ। ਪਰ ਉਹਨੇ ਕਿਸੇ ਦਾ ਹੱਕ ਖਾਧਾ ਨਹੀਂ ਸੀ, ਉਹਦਾ ਹੱਕ ਕਿਸੇ ਨੇ ਛੱਡਿਆ ਨਹੀਂ। ਉਹਨੇ ਸਾਰੇ ਆਪਣਾ ਆਪਣਾ ਸੋਚ ਕੇ ਬਣਾ ਕੇ, ਉਹਨੇ ਆਪਣਾ ਕੁਝ ਵੀ ਨਹੀਂ ਬਣਾਇਆ। ਮੈਨੂੰ ਲੱਗਦਾ 2 ਖਾਨੇ ਦਾ ਇੱਕ ਕਮਰਾ ਹੋਊਗਾ। ਅੱਧੀ ਤੋਂ ਜ਼ਿਆਦਾ ਨੌਕਰੀ ਇਸ ਕਮਰੇ ਦੇ ਵਿੱਚ ਉਹਨਾਂ ਨੇ ਛੁੱਟੀ ਜਿਹੜੀ ਆ ਉਹ ਇੱਥੇ ਕੱਟੀ ਹੈ। ਤਾਂ ਤੁਸੀਂ ਸੋਚ ਸਕਦੇ ਹੋ ਕਿ ਉਸਦਾ ਦਿਲ ਕਿੰਨਾ ਨਾਜ਼ੁਕ ਸੀਗਾ, ਕਿੰਨਾ ਉਹ ਦਲੇਰ ਇਨਸਾਨ ਸੀਗਾ ਜਿਹੜਾ ਕਹਿੰਦਾ ਸੀਗਾ ਵੀ ਮੈਂ ਆਪਣੇ ਪਰਿਵਾਰ ਦੇ ਲਈ ਜ਼ਿੰਦਗੀ ਲਗਾਉਣੀ ਹੈ। ਜੇ ਬੰਦਾ ਨਹੀਂ ਕੋਈ ਜਮਣਾ ਜਿਹੜਾ ਲੈ ਅਜੇ ਤੱਕ ਮੇਰੇ ਘਰੇ 16 ਆਉਂਦਾ ਵੀ ਮੈਨੂੰ ਇੱਥੇ ਕਿਨੇ ਕੋਈ ਤੰਗੀ ਕੋਈ ਕਿਸੇ ਕਿਸਮ ਦਾ ਗੱਲ ਨਹੀਂ। ਬਹੁਤ ਹੀ ਲੈਕ ਜੇ ਮੈਂ ਬੱਚਿਆਂ ਦੇ ਵਿਆਹ ਵੀ ਕੀਤਾ ਤੇ ਨੇ ਇੱਥੋਂ ਤੱਕ ਜਾਣਾ ਜਿਹੜਾ ਕੰਮ ਬੰਦਿਆਂ ਨੂੰ ਕਰਨਾ ਉਹ ਵੀ ਇਹਨੇ ਅੱਗੇ ਲੱਗ ਕੇ ਆਖਣਾ ਨਹੀਂ ਮੈਂ ਕਰਾਂਗਾ। ਸਾਨੂੰ ਬਹੁਤ ਮਾਣ ਆ ਜੀ, ਸਾਨੂੰ ਆਪਣੇ ਭਰਾ ਤੇ ਛੋਟੇ ਵੀਰ ਤੇ ਜੀ ਦੇਸ਼ ਦੀ ਸੇਵਾ ਕਰਦੇ ਹੋਇਆ ਸ਼ਹੀਦ ਹੋਇਆ। ਮਾਣ ਮਹਿਸੂਸ ਹੋ ਰਿਹਾ ਪਾਪਾ ਤੇ ਪ੍ਰਾਊਡ ਫੀਲ ਹੁੰਦਾ ਵੀ ਪਾਪਾ ਨੇ ਦੇਸ਼ ਦੇ ਲਈ ਜ਼ਿਆਦਾ ਪ੍ਰਾਊਡ ਫੀਲ ਹੁੰਦਾ। ਮੇਰੇ ਪਾਪਾ ਮਰੇ ਨਹੀਂ ਕਿ ਉਹ ਦੇਸ਼ ਲਈ ਸ਼ਹੀਦ ਹੋਏ ਆ। ਮੇਰੀ ਮਾਂ ਨੂੰ ਕੈਂਸਰ ਦੀ ਪ੍ਰੋਬਲਮ ਸੀਗੀ, ਉਹਨੇ ਆ ਕੇ ਮੇਰੀ ਸ਼ਾਇਦ ਮੈਨੂੰ ਡਿਊਟੀ ਮੇਰੀ ਮਾਂ ਕਰਕੇ ਮਿਲੀ ਹੈ। ਮੈਂ ਆਪਦੇ ਬਾਰੇ ਕੁਝ ਵੀ ਨਹੀਂ ਸੋਚਿਆ, ਜਦ ਕੁਝ ਵੀ ਨਹੀਂ ਬਣਾਇਆ ਜੀ। ਅੱਜ ਮੇਰੇ ਕੋਲੇ ਕੁਝ ਵੀ ਨਹੀਂ ਗਾ। ਰੋਟੀ ਤੇ ਹੋ ਕੇ 12 ਸਵਾ ਪਰ ਜੇ ਜਾਣ ਲੱਗਾ ਕਿਤੇ ਪਿਸ਼ਾਬ ਕਰਨ ਲੱਗਾ ਜਾਂ ਟੁਰਦਿਆਂ ਪੈਰ ਫਿਸ ਗਿਆ ਤੇ ਪੈਰ ਖਿਸਕੇ ਤੋਂ ਬਰਫ਼ ਦੇ ਥੱਲੇ ਜਾ ਲੱਗਾ। ਰੂਣੀਆਂ ਬਾਲੀਆਂ ਲੱਗਣ 'ਚ ਮੌਸਮ ਠੰਡਾ, ਖੂਨ ਜੰਮ ਗਿਆ। ਡਾਕਟਰਾਂ ਸਹੂਲਤਾਂ ਤਾਂ ਕੀਤੀਆਂ ਪਰ ਨਹੀਂ ਉਹ ਵੀ ਸਾਨੂੰ ਇੰਨਾ ਕੀ ਫੀਲਿੰਗ ਹੋ ਰਹੀ ਆ। ਇੱਦਾਂ ਦਾ ਬੰਦਾ ਸੀ ਨਾ ਵੀ ਦੁਨੀਆ ਦੇ ਜੰਮਣਾ ਹੀ ਨਹੀਂ ਇਹੋ ਜਿਹਾ ਬੰਦਾ। ਇੰਨਾ ਵਧੀਆ ਨੇਕ ਮੁੰਡਾ ਸੀਗਾ, ਕਿਸੇ ਨਾਲ ਅੱਜ ਤੱਕ ਮਤਲਬ ਨਾਲ ਗੱਲ ਕਰਨੀ। ਆ ਹੁਣੇ ਜੇ ਲੋਕਡਾਊਨ ਤੋਂ ਪਹਿਲਾਂ ਇੱਥੇ ਸੀਗੇ, ਹਰੇਕ ਨਾਲ ਜੀ ਆਇਆਂ ਨੂੰ। शहीदों की चिताओं पर लगेंगे हर बरस मेले, वतन पे मिटने वालों का बाकी यही निशान होगा। हमदर्द टीवी देख रहे हो, मैं हाँ सुखविंदर सिंह। पंजाब का एक होर योद्धा अज देश तो जान कुर्बान कर रहा है। अज असीं मौजूद हाँ जगराओं दे गांधी नगर मुहल्ले दे विच, जिथों दे फौजी जवान सूबेदार नायब सूबेदार परमिंदर सिंह गलेशियर दे विच देश दे लई शहादत दा जाम पी गए। परिवार दे विच सूबे दे विच जिथे जिथे भी भाईचारा बसदा है, अज सोग दी लहर है, हर अख नम है। परिवार दा दुख देखिया नहीं जा रहा, पर बुजुर्ग पिता पुत्र तो बहुत वड्डी आस सी, अज देश दे लेके जान लाई है। साडे नाल ने अमर सिंह जी, शहीद परमिंदर सिंह जी दे पिता जी ने गलबात करते हैं। बापू जी, सब तो पहला तो इस दुख की घड़ी दे विच वाहिगुरू तो अगे ही अरदास करते हैं भी भाणा मनण दा बल बख्शे, और सलाम है उन्हां दी शहादत नूं देश दे लई जान कुर्बान कर दित्ती है। गल हुई सी आखिरी बार उन्हां नाल? हाँ जी, हो गए 12-13 दिन हो गए सी। फोन आया सीगा ते मैं गल करदा मैनू, मैं कहा भी अगे तो कदे आया ही नहीं फोन, एक ही फोन आ बड़ी आ। मैं कहा भी रोशनी का मेला आउंदा है। कहंदा नहीं, कहंदा पापा, कहंदा तू दस तेन कोई चाहिदा होवे फलाना टमकाना, आ बंदे दा नाम जिन्ने पैसे मर्जी ले ली। मैं कहा पुत्त मैं की करने तो लोड़ हो, थोड़े तू लेने आ। पर फिर 2 मिनट गल्लां बातां करदे ते मैं कहा घरे नहीं कीता फोन, कहंदा घरे करदा। ते जद नूं बंद हो गया मेरे वाला छोटा जिहा मोबाइल सी, बस फिर उन्हें घरे ला लिया। छुट्टी कदों कट के गए सी आखिरी बार छुट्टी कदों कट्टी सी? हो गए जी अपने छुट्टी तो नहीं, उदा लॉकडाउन वेले आए सीगे ते वो 20 तरीक नूं आए सीगे ते 23 तरीक नूं लॉकडाउन लग गया। उदों बाद फिर 2 महीने इत्थे मेरे कोल ही रहे कल्ले। परिवार उहदा उत्थे सीगा मेरठ, वो उत्थे सीगा। ये फिर जदों इहनूं आया उधरों फोन आया भी आ जाओ
ਚੰਡੀਗੜ੍ਹ ਆ ਜਾ ਵੀ ਉੱਥੇ 14 ਦਿਨਾਂ ਬਾਅਦ ਪਾਣੀ ਰੱਖ ਕੇ ਤੈਨੂੰ ਵੀ ਤੁਹਾਨੂੰ ਬੁਲਾਇਆ ਤੇ ਚਲਾ ਗਿਆ। ਉਦੋਂ ਬਾਅਦ ਫਿਰ ਤਾਂ ਮਹੀਨੇ ਕੁ ਬਾਅਦ ਹੀ ਫਿਰ ਆਇਆ ਬਾਲ ਬੱਚਿਆਂ ਨੂੰ, ਆਪਦੇ ਨੂੰ, ਪਰਿਵਾਰ ਨੂੰ, ਮੇਰੇ ਪੋਤਿਆਂ ਨੂੰ, ਮੇਰੇ ਨੂੰਹ ਨੂੰ ਛੱਡ ਕੇ ਇੱਥੋਂ ਦੂਜੇ ਤੀਜੇ ਦਿਨ ਵਾਪਸ ਚਲਾ ਗਿਆ। ਕਦੋਂ ਭਰਤੀ ਹੋਏ ਸੀਗੇ, ਕਿੰਨੀ ਦੇਰ ਪਹਿਲਾਂ ਭਰਤੀ ਹੋਏ ਸੀਗੇ? ਇਹ 97 ਚ ਹੋਏ ਸੀਗੇ ਜੀ। ਕਿੰਨੀ ਨੌਕਰੀ ਹੋ ਗਈ ਸੀ ਹੁਣ ਤੱਕ? ਉਹਨਾਂ ਦੀ 43 ਸਾਲ ਦੀ 23 ਸਾਲ ਦੀ 23 ਸਾਲ ਦੀ ਹੋ ਗਈ, 24 ਸਾਲ ਲੱਗਿਆ ਜੀ। ਦੱਸਦੇ ਸੀ ਉੱਥੇ ਕਿੱਦਾਂ ਦੇ ਹਾਲਾਤ ਨੇ? ਉਹ ਤਾਂ ਮੈਨੂੰ ਤਾਂ ਆਪਾਂ ਨੂੰ ਤਾਂ ਪਤਾ ਹੀ ਸੀ ਜੀ, ਅਖਬਾਰ ਪੜ੍ਹਦੇ ਕਰਦੇ ਵੀ ਆ, ਸਾਰਾ ਕੁਝ ਆਪਾਂ ਨੂੰ ਤਾਂ ਪਤਾ ਹੀ ਸੀ। ਪਰਿਵਾਰ ਦੇ ਵਿੱਚ ਕਿੰਨੇ ਬੱਚੇ ਨੇ ਉਹਨਾਂ ਦੇ ਪਰਿਵਾਰ? ਹੁਣ 2 ਲੜਕੇ ਆ ਜੀ, ਇੱਕ 14 ਕੁ ਸਾਲ ਦਾ, ਇੱਕ 12 ਕੁ ਸਾਲਾਂ ਦਾ। ਕਹਿੰਦੇ ਉਹਨਾਂ ਨੂੰ ਵੀ ਇਹੀ ਕਹਿੰਦੇ ਸੀਗੇ ਵੀ ਦੇਸ਼ ਦੀ ਸੇਵਾ ਦੇ ਲਈ ਆਪਾਂ ਫੌਜ ਦੇ ਵਿੱਚ ਭੇਜਣੇ ਆ ਦੋਨੇ ਪੁੱਤਰਾਂ ਨੂੰ ਵੀ। ਉੱਥੇ ਤਾਂ ਹੀ ਨਾਲ ਲੈ ਕੇ ਗਿਆ, ਉੱਥੇ ਮਿਲਟਰੀ ਸਕੂਲ ਹੀ ਉਹਨੇ ਲਾਏ ਹੋਏ ਸੀਗੇ। ਹੁਣ ਵੀ ਆ ਗਏ, ਅੱਜ ਵਧੀਆ ਸਕੂਲ ਪ੍ਰਤਿਗਿਆ ਮਹਾਪ੍ਰਤਿਗਿਆ ਸਕੂਲ ਉੱਥੇ ਲਾ ਕੇ ਗਿਆ। ਸੁਭਾਅ ਕਿੱਦਾਂ ਦਾ ਸੀ? ਕਹਿੰਦੇ ਬਹੁਤ ਆਪਾਂ, ਮੈਂ ਪਿੱਛੋਂ ਗਲੀ 'ਚੋਂ ਆਉਂਦਾ ਸੀਗਾ ਤਾਂ ਬਹੁਤ ਬੀਬੀਆਂ ਰੋ ਵੀ ਰਹੀਆਂ ਸੀਗੀਆਂ ਔਰ ਯਾਦ ਕਰ ਰਹੀਆਂ ਸੀਗੀਆਂ ਵੀ ਕਦੇ ਨਾ ਕਿਸੇ ਨੂੰ ਫਾਲਤੂ ਕਿਹਾ ਤੇ ਨਾ ਕਦੇ ਵੀ ਕਿਸੇ ਤੋਂ ਅੱਜ ਸੁਣਿਆ। ਤਾਂ ਹੀ ਮੈਂ ਨਹੀਂ ਬੋਲਿਆ ਤਾਂ ਉਹ ਮੇਰੇ ਬੱਚਿਆਂ ਨੇ ਕੀ ਬੋਲਣਾ। ਬਸ ਜੇ ਮੈਂ ਕਿਸੇ ਨਾਲ ਗਲਤ ਬੋਲੂੰਗਾ ਤਾਂ ਬੱਚੇ ਵੀ ਗਲਤ ਬੋਲਣਗੇ। ਅੱਜ ਮਾਣ ਹੈ, ਬੇਸ਼ੱਕ ਦੁੱਖ ਹੈ, ਪਰ ਦੇਸ਼ ਦੇ ਲਈ ਜਾਨ ਲਿਖੇ ਲਾਈ ਹੈ। ਮੈਂ ਜੀ ਗੁਰੂ ਮਹਾਰਾਜ ਉਹਦੀ ਇਹ ਦਰਦ ਹੈ ਬੇਸ਼ੱਕ, ਪਰ ਹੌਸਲਾ ਅੱਜ ਵੀ ਦੇਸ਼ ਭਗਤੀ ਦਾ ਪਰਿਵਾਰ ਦੇ ਵਿੱਚ ਹੈ। ਕਹਿੰਦੇ ਨੇ ਵੀ ਜੇ ਅੱਜ ਮੇਰਾ ਪੁੱਤ ਗਿਆ ਤਾਂ ਸ਼ਹਾਦਤ ਦਿੱਤੀ ਹੈ ਦੇਸ਼ ਦੇ ਲਈ, ਹਮੇਸ਼ਾ ਜਿਉਂਦੇ ਜੀ ਤੱਕ ਮੈਨੂੰ ਮਾਣ ਰਹੂਗਾ, ਰਹਿੰਦੀ ਦੁਨੀਆ ਤੱਕ ਸ਼ਹੀਦ ਨਾਇਬ ਸੂਬੇਦਾਰ ਪਰਮਿੰਦਰ ਸਿੰਘ ਨੂੰ ਲੋਕ ਯਾਦ ਕਰਦੇ ਰਹਿਣਗੇ। ਅੱਜ ਵੀ ਵੱਡੀ ਤਾਦਾਦ ਦੇ ਵਿੱਚ ਲੋਕ ਲਗਾਤਾਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ। ਬਜ਼ੁਰਗ ਹੋਰ ਨੇ। ਬਜ਼ੁਰਗੋ ਕਿੱਥੋਂ ਆਏ ਔਰ ਕੀ ਲੱਗੇ? ਮੇਰਾ ਜਵਾਈ ਮੇਰੀ ਬੱਚੀ ਵੀ ਆਈ। ਗੱਲਬਾਤ ਕਰਦੇ ਸੀ ਤੁਹਾਡੇ ਨਾਲ? ਫੋਨ ਆਉਂਦਾ ਸੀਗਾ? ਹੌਸਲਾ ਰੱਖ ਕੇ ਗੱਲ ਕਰੋ ਬਾਪੂ ਜੀ। ਜੇ ਬੰਦਾ ਨਹੀਂ ਕੋਈ ਜਮਣਾ ਜਿਹੜਾ ਲੈ ਆਏ ਚੱਕਰ ਮੇਰੇ ਘਰੇ 16 ਆਉਂਦਾ ਕੋਈ ਮੈਨੂੰ ਇੱਥੇ ਕਿਨੇ ਕੋਈ ਤੰਗੀ ਕੋਈ ਕਿਸੇ ਕਿਸਮ ਦਾ ਗੱਲ ਨਹੀਂ, ਬਹੁਤ ਹੀ ਲੈ ਜੇ ਮੈਂ ਬੱਚਿਆਂ ਦੇ ਵਿਆਹ ਵੀ ਕੀਤਾ ਤੇ ਇੱਥੋਂ ਤੱਕ ਜਾਣਾ ਜਿਹੜਾ ਕੰਮ ਬੰਦਿਆਂ ਨੂੰ ਕਰਨਾ ਉਹ ਵੀ ਇਹਨੇ ਅੱਗੇ ਲੱਗ ਕੇ ਆਖਣਾ ਨਹੀਂ ਮੈਂ ਕਰਾਂਗਾ। ਬਹੁਤ ਹੀ ਲੈ ਛੁੱਟੀ ਦਾ ਵੀ ਦੱਸ ਰਹੇ ਸੀ, ਕਹਿੰਦੇ 10 ਤਰੀਕ ਨੂੰ ਛੁੱਟੀ ਆਉਣੀ ਸੀ ਗੱਲ। ਮਕਾਨ ਕੋਲ ਨਹੀਂ ਹੈਗਾ, ਆਣ ਕੇ ਬਣਾਉਣੇ ਰੈਡੀ। ਮੈਂ ਕਿਹਾ ਆ ਜਾਏਗਾ ਤੂੰ ਪੁੱਤ, ਕੋਈ ਗੱਲ ਨਹੀਂ, ਮੈਂ 2 ਮਹੀਨੇ ਤੇਰੇ ਕੋਲ ਆਣ ਕੇ ਜਿੰਨੇ ਜੋ ਹੈਗਾ ਮੈਂ ਜ਼ਰੂਰ ਬਣਾਵਾਂਗਾ, ਤੇਰੇ ਨਾਲ ਕਰਾਵਾਂਗਾ, ਮੈਂ ਚਲੋ ਬਹਿ ਕੇ ਕਰਾ ਦਿਆਂਗਾ। ਆਂਦਾ ਕੋਈ ਗੱਲ ਨਹੀਂ, ਆਂਦਾ 10 ਮਾਰਚ ਨੂੰ ਆਂਦਾ ਸੀ 8-10 ਮਾਰਚ ਨੂੰ ਮੈਂ ਆ ਜਾਣਾ ਤੇ ਤੁਸੀਂ, ਮੈਂ ਕਿਹਾ ਕੋਈ ਗੱਲ ਨਹੀਂ ਪੁੱਤ। ਬਹੁਤ ਸਾਰੇ ਸੁਪਨੇ ਆਪਣੇ ਪੁੱਤਰਾਂ ਲਈ ਵੀ ਦੇਖੇ, ਬਾਹਰ ਵੀ ਭੇਜਣੇ, ਕਹਿੰਦੇ ਇੱਕ ਨੂੰ ਦੇਸ਼ ਦੇ ਲਈ ਸੇਵਾ ਦੇ ਵਿੱਚ ਲਾਉਣਾ। ਇੱਕ ਨੂੰ ਦੇਸ਼ ਦੀ ਸੇਵਾ ਲਾਉਣਾ, ਇਹ ਮੈਂ ਜ਼ਰੂਰ ਆਪਦੀ ਥਾਂ ਇੱਕ ਨੂੰ ਦੇਸ਼ ਦੀ ਸੇਵਾ ਕਰਨਾ, ਇੱਕ ਨੂੰ ਮੈਂ ਬਾਹਰ ਕਰਨਾ। ਇਹ ਗੱਲਾਂ ਕਰਦਾ ਮੇਰੇ ਨਾਲ ਕਰਦਾ ਸੀ। ਆਖਰੀ ਵਾਰ ਤੁਹਾਡੀ ਗੱਲ ਹੋਈ ਸੀ ਫੋਨ ਦੇ ਉੱਤੇ ਕਦੋਂ ਹੋਈ? ਕੀ ਕਹਿੰਦੇ ਸੀਗੇ ਉਦੋਂ? ਹੁਣ ਮਹੀਨਾ ਕੁ ਹੋ ਗਿਆ, ਇੱਕ ਦਿਨ ਹੀ ਹੋਈ ਵੀ ਕਿ ਉੱਥੇ ਟਾਈਮ ਨਹੀਂ ਮਿਲਦਾ। ਤੇ ਮੈਂ ਕਿਹਾ ਪੁੱਤ ਕਦੋਂ ਆਉਣਾ ਦਾ ਡੈਡੀ, ਤੂੰ ਇੰਨਾ ਨਾ ਸੋਚਿਆ ਕਰ, ਕੋਈ ਗੱਲ ਨਹੀਂ ਮੈਂ ਆ ਹੀ ਜਾਣਾ, ਹੋਰ ਮਾਰਚ 'ਚ ਆ ਜਾਣਾ ਤੇ ਕੋਈ ਗੱਲ ਨਹੀਂ ਆਪਾਂ ਬਵਾਂਗੇ, ਕਰਾਂਗੇ ਇਕੱਠੇ ਬਵਾਂਗੇ। ਇੰਨੀ ਗੱਲ ਹੋਈ ਬਸ। ਉਦੋਂ ਪਿੱਛੇ ਬੱਚੀ ਨੂੰ ਪੁੱਛ ਲਈਦਾ ਸੀ ਰੋਜ਼ ਦੀ ਰੋਜ਼ ਵੀ ਪੁੱਤ ਫੋਨ ਆਇਆ ਕਿ ਫੋਨ ਉਸੇ ਘੱਟ ਲੱਗਦੇ ਨੇ, ਤੇ ਉਹਦੇ ਨਾਲ ਗੱਲ ਕਰੀ ਦੀ ਹੁੰਦੀ ਸੀ ਵੀ ਠੀਕ ਹੈ ਡੈਡੀ ਕੋਈ ਗੱਲ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ। ਉੱਧਰ ਫਿਰ ਮੈਨੂੰ ਇਹਨਾਂ ਫੋਨ ਕੀਤਾ, ਮੈਨੂੰ ਸੱਟ ਲੱਗ ਗਈ ਵੀ ਚਲੋ ਕੋਈ ਗੁਰਦੁਆਰੇ ਜਾ ਕੇ ਅਰਦਾਸ ਬੇਨਤੀ ਕਰੋ। ਮੈਂ ਗਿਆ, ਅਰਦਾਸ ਨਹੀਂ ਕੀਤੀ, ਉਹ ਜਾਣ ਕੇ ਮੈਂ ਪਹਿਲੀ ਬੁਰਕੀ ਪਾਣਾ ਫੁਲਕਾ ਖਾਣ ਲੱਗਾ, ਉਸ ਵੇਲੇ ਮਗਰ ਫੋਨ ਚਲਾ ਗਿਆ ਵੀ ਪੂਰਾ ਹੋ ਗਿਆ। ਪਤਾ ਲੱਗਿਆ, ਦੱਸਿਆ ਵੀ ਕਿਵੇਂ ਘਟਨਾ ਉੱਥੇ ਵਾਪਰੀ, ਕੀ ਹੋਇਆ? ਦੱਸਦੇ ਜੀ ਉਹ ਸੂਬੇਦਾਰ ਸੀ ਉੱਤੇ, ਉਹਨਾਂ ਬੱਚਿਆਂ ਦੇ ਜਿਵੇਂ ਡਿਊਟੀ ਤੇ ਹੋ ਕੇ 12 ਸਵਾ ਵਰ ਜਾਣ ਲੱਗਾ, ਕਿਤੇ ਪਿਸ਼ਾਬ ਕਰਨ ਲੱਗਾ ਜਾਂ ਕੋਈ ਟੁਰਦਿਆਂ ਪੈਰ ਫਿਸ ਗਿਆ ਤੇ ਪੈਰ ਖਿਸਕੇ ਤੋਂ ਬਰਫ ਦੇ ਥੱਲੇ ਜਾ ਲੱਗਾ। ਲੂਣੀਆਂ ਬਾਲੀਆਂ ਲੱਗ ਗਈਆਂ, ਬਾਲੀਆਂ ਲੱਗਣ 'ਚ ਮੌਸਮ ਠੰਡਾ, ਖੂਨ ਜੰਮ ਗਿਆ। ਡਾਕਟਰਾਂ ਸਹੂਲਤਾਂ ਤਾਂ ਕੀਤੀਆਂ ਪਰ ਨਹੀਂ ਉਹ ਦੇਖਾ ਪਤਾ ਨਹੀਂ ਠੀਕ ਆਇਆ ਮਾਰ। ਬੱਚੇ ਵੀ ਬੇਟੇ ਉਹਨਾਂ ਦੇ ਵੀ ਇੱਥੇ ਹੀ ਨੇ? ਹਾਂਜੀ ਆ ਵੀ ਹੈਗੀ ਲੜਕੀ ਵੀ ਕੋਲ ਇੱਥੇ ਬੈਠੇ ਨੇ। ਤਾਂ ਬੇਹੱਦ ਗਮਗੀਨ ਮਾਹੌਲ ਹੈ, ਬਹੁਤ ਜੀ ਬਹੁਤ ਦੁੱਖ ਇਸ ਪਰਿਵਾਰ ਦੇ ਉੱਤੇ ਹੈ। ਬਜ਼ੁਰਗ ਸਹੁਰਾ ਸਾਹਿਬ ਨੇ ਉਹਨਾਂ ਦੇ, ਦੂਸਰੇ ਪਾਸੇ ਪਿਤਾ ਜੀ ਨੇ, ਪਰ ਮੈਨੂੰ ਨਹੀਂ ਲੱਗਦਾ ਵੀ ਜਿਸ ਤਰੀਕੇ ਦਾ ਵਰਤਾਅ ਇਹਨਾਂ ਦਾ ਸੁਭਾਅ ਹੋਊਗਾ, ਜਿਸ ਤਰੀਕੇ ਨਾਲ ਦਰਦ ਅੱਜ ਅੱਖਾਂ ਰਾਹੀਂ ਬਿਆਨ ਹੋ ਰਿਹਾ, ਉਹ ਦਰਦ ਸ਼ਾਇਦ ਇੱਕ ਪੁੱਤਰ ਤੇ ਜਵਾਈ ਦੇ ਵਿੱਚ ਮੈਨੂੰ ਲੱਗਦਾ ਕੋਈ ਫਰਕ ਨਹੀਂ ਸੀ।
ਤਾਂ ਪ੍ਰਮਾਤਮਾ ਦੇ ਅੱਗੇ ਹੀ ਅਰਦਾਸ ਹੈ ਕਿ ਅੱਜ ਉਸ ਸੂਰਵੀਰ ਯੋਧੇ ਨੇ ਦੇਸ਼ ਦੇ ਲਈ ਸ਼ਹਾਦਤ ਦਿੱਤੀ ਹੈ। ਉਸ ਜਗ੍ਹਾ ਦੇ ਉੱਤੇ ਦੇਸ਼ ਦੀ ਰਾਖੀ ਕਰ ਰਿਹਾ ਸੀ ਜਿਸ ਜਗ੍ਹਾ ਦੇ ਉੱਤੇ ਜਾਣਾ ਆਮ ਇਨਸਾਨ ਦੇ ਲਈ ਨਾਮੁਮਕਿਨ ਹੈ, ਕਦੇ ਕੋਈ ਪਹੁੰਚ ਵੀ ਨਹੀਂ ਸਕਦਾ। ਪਰ ਉੱਥੇ ਇੰਨੀ ਬਰਫੀਲੇ ਪਹਾੜਾਂ ਦੇ ਉੱਤੇ ਗਲੇਸ਼ੀਅਰ ਦੇ ਵਿੱਚ ਦਿਨ ਰਾਤ ਦੇਸ਼ ਦੀ ਸੇਵਾ ਦੇ ਲੇਖੇ ਲਗਾ ਕੇ ਜਾਨ ਕੁਰਬਾਨ ਕਰ ਜਾਣੀ ਬਹੁਤ ਵੱਡੀ ਅੱਜ ਸ਼ਹਾਦਤ ਪੰਜਾਬ ਦੇ ਵਾਸਤੇ ਬਹੁਤ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸੂਰਵੀਰ ਯੋਧਿਆਂ ਦਾ ਇਹ ਪੰਜਾਬ ਧਰਤੀ ਕਹੀ ਜਾਂਦੀ ਹੈ। ਤਾਂ ਅੱਜ ਇੱਕ ਸੂਰਵੀਰ ਯੋਧਾ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ ਹੈ ਜਿਸ ਨੇ ਇਸ ਦੇਸ਼ ਦੇ ਲਈ ਜਾਨ ਕੁਰਬਾਨ ਕਰ ਦਿੱਤੀ ਹੈ। ਤਾਂ ਕੁਝ ਦੇਰ ਬਾਅਦ ਉਹਨਾਂ ਦਾ ਜਿਹੜੇ ਮ੍ਰਿਤਕ ਦੇਹ ਆ ਉਹ ਵੀ ਇੱਥੇ ਪਹੁੰਚੇਗੀ। ਅੰਤਿਮ ਰਸਮਾਂ ਦੇ ਨਾਲ ਅੰਤਿਮ ਸਨਮਾਨਾਂ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ, ਉਹਨਾਂ ਦੇ ਬ੍ਰਦਰ ਵੀ ਨੇ ਥੋੜ੍ਹੇ ਸਪੈਸ਼ਲ ਨੇ, ਗੱਲਬਾਤ ਕਰਦੇ ਹਾਂ, ਕੁਰਸੀ ਤੇ ਬੈਠੇ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵੀਰ ਜੀ, ਸਭ ਤੋਂ ਪਹਿਲਾਂ ਜੋ ਇਹ ਸਭ ਕੁਝ ਹੋਇਆ ਪਰਮਾਤਮਾ ਦੇ ਅੱਗੇ ਹੀ ਅਰਦਾਸ ਹੈ ਵੀ ਭਾਣਾ ਮੰਨਣ ਦਾ ਬਲ ਬਖਸ਼ੇ ਸਾਰੇ ਪਰਿਵਾਰ ਨੂੰ। ਦੇਸ਼ ਦੇ ਲੇਖੇ ਜਾਨ ਲਾਈ ਹੈ ਤੁਹਾਡੇ ਭਰਾ ਨੇ, ਕਿਵੇਂ ਦੇਖਦੇ ਹੋ ਤੁਸੀਂ? ਸਾਨੂੰ ਬਹੁਤ ਮਾਣ ਆ ਜੀ, ਸਾਨੂੰ ਆਪਣੇ ਭਰਾ ਤੇ ਛੋਟੇ ਵੀਰ ਤੇ ਜੀ ਦੇਸ਼ ਦੀ ਸੇਵਾ ਕਰਦੇ ਹੋਇਆ ਸ਼ਹੀਦ ਹੋਇਆ। ਗੱਲ ਹੋਈ ਸੀ ਆਖਰੀ ਵਾਰ, ਕੀ ਕਹਿੰਦੇ ਸੀ, ਕਦੋਂ ਆਉਣਾ ਸੀਗਾ ਛੁੱਟੀ? ਗੱਲ ਬਸ ਜੋ ਛੁੱਟੀ ਕੱਟ ਕੇ ਗਏ ਆ ਉਦੋਂ ਦੀ ਗੱਲ ਹੋਈ ਆ ਜੀ, ਕਿਉਂਕਿ ਉੱਥੇ ਇੰਨੀ ਜ਼ਿਆਦਾ ਉਚਾਈ ਤੇ ਫੋਨ ਵਗੈਰਾ ਦੀ ਸਹੂਲਤ ਹੈ ਨਹੀਂ ਗੀ। ਉਸ ਕਰਕੇ ਥੋੜ੍ਹੀ ਜਿਹੀ ਗੱਲਬਾਤ ਤੋਂ ਜਿੱਦਾਂ ਕੋਈ ਉਹਨਾਂ ਨੂੰ ਸੈਟੇਲਾਈਟ ਫੋਨ ਦੇ ਥਰੂ ਹੀ ਕੋਈ 5-7 ਮਿੰਟ ਹੀ ਮਿਲਦੇ ਆ ਗੱਲਬਾਤ ਕਰਨ ਲਈ। ਬਸ ਉਹ ਜਿੱਦਾਂ ਘਰੇ ਫੋਨ ਆਉਂਦਾ ਸੀ ਬੱਚਿਆਂ ਨਾਲ 2-4 ਮਿੰਟ ਗੱਲ ਕਰਦਾ ਸੀ, ਉਹਨਾਂ ਨੂੰ ਪੁੱਛ ਦੱਸ ਲਈਦਾ ਸੀ ਹਾਂਜੀ ਠੀਕ ਆ। ਉਸ ਦਿਨ ਸਵੇਰੇ ਵੀ ਮੈਨੂੰ ਬਹੁਤ ਮਾਰਨਿੰਗ ਕਾਲ ਆਈ ਆ ਵੀ ਇੱਦਾਂ ਕਰਕੇ ਉਹਨਾਂ ਦੇ ਸੱਟ ਲੱਗ ਗਈ ਆ। 25 ਤਰੀਕ ਸਵੇਰ ਦੀ ਗੱਲ ਆ ਇਹ, ਤੇ ਠੀਕ ਆ ਕਹਿੰਦੇ ਵੀ ਹਸਪੀਟਲ ਲੈ ਕੇ ਜਾ ਰਹੇ ਆ। ਪਰ ਯਕਦਮ ਜਿਹੜਾ ਇਹ ਕਾਲ ਮੈਨੂੰ ਆਈ, ਮੈਂ ਕਿਹਾ ਚਲੋ ਵੀ ਘਰੇ ਬੱਚੇ ਆ, ਵਾਈਫ ਆ ਉਹਨਾਂ ਦੇ ਵੀ, ਉਹਨਾਂ ਨੂੰ ਆਉਂਦਾ ਫੋਨ, ਗੱਲਬਾਤ ਕਰਦੇ, ਰਾਤ ਗੱਲ ਕੀਤੀ ਆ, ਪੁੱਛਿਆ ਦੱਸਿਆ। ਮੈਂ ਕਿਹਾ ਵੀ ਅਚਾਨਕ ਕੀ ਹੋ ਗਿਆ? ਕਹਿੰਦੇ ਵੀ ਹਜੇ ਪਤਾ ਨਹੀਂ ਲੱਗਾ ਪ੍ਰੋਪਰ, ਵੀ ਜਿਵੇਂ ਹੀ ਕੁਛ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੁਹਾਨੂੰ ਅਸੀਂ ਟੱਚ 'ਚ ਰਵਾਂਗੇ, ਤੁਹਾਡੇ ਕਾਲ ਕਰਦੇ ਆ। ਪਰ 11 ਕੁ ਵਜੇ ਫੋਨ ਆਇਆ ਵੀ ਬਹੁਤ ਕੋਸ਼ਿਸ਼ ਕੀਤੀ ਵੀ ਸਾਹਿਬ ਨੂੰ ਪਹੁੰਚਾਉਣ ਦੀ, ਬਟ ਉਹ ਨਹੀਂ ਰਹੇ। ਤੁਹਾਡੀ ਕਹਿੰਦੇ ਬਹੁਤ ਜ਼ਿਆਦਾ ਮੋਢੇ ਨਾਲ ਮੋਢਾ ਜੋੜਦੇ ਸੀਗੇ, ਤੁਹਾਡੇ ਵੱਡੇ ਬ੍ਰਦਰ ਸੀਗੇ? ਮੇਰਾ ਛੋਟਾ ਬ੍ਰਦਰ ਸੀ ਜੀ। ਪਰ ਕਹਿੰਦੇ ਬਹੁਤ ਤੁਹਾਨੂੰ ਸਨਮਾਨ ਦਿੰਦੇ ਸੀਗੇ, ਮਾਣ ਦਿੰਦੇ ਸੀ, ਤੁਹਾਡਾ ਬਹੁਤ ਵੱਡਾ ਸਹਾਰਾ ਬਣਦੇ ਸੀ। ਬਿਲਕੁਲ ਬਿਲਕੁਲ, ਮੈਂ ਹੈਂਡੀਕੈਪ ਆ ਜੀ, ਮੇਰੇ ਘਰੋਂ ਵੀ ਵਾਈਫ ਵੀ ਹੈਂਡੀਕੈਪ ਹੋਣ ਕਰਕੇ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਇਆ ਸੀ ਜੀ। ਸਾਨੂੰ ਬਹੁਤ ਸਾਰਾ ਰੱਬ ਵਰਗਾ ਆਸਰਾ ਸੀ ਸਾਡੇ ਭਰਾ ਦਾ। ਤਾਂ ਇਹ ਇੱਕ ਭਰਾ ਦਾ ਦਰਦ ਹੈ। ਕਹਿੰਦੇ ਬੇਸ਼ੱਕ ਸਪੈਸ਼ਲ ਆ, ਮੇਰੀ ਪਤਨੀ ਵੀ ਸਪੈਸ਼ਲ ਹੈ, ਪਰ ਹਮੇਸ਼ਾ ਮੇਰੇ ਉਸ ਵੀਰ ਨੇ ਮੈਨੂੰ ਸਹਾਰਾ ਦਿੱਤਾ। ਹਮੇਸ਼ਾ ਮੇਰਾ ਉਹ ਅਜਿਹਾ ਸਹਾਰਾ ਬਣਿਆ ਵੀ ਮੈਨੂੰ ਜ਼ਿੰਦਗੀ ਦੇ ਵਿੱਚ ਅੱਜ ਤੱਕ ਕੋਈ ਵੀ ਕਮੀ ਜਾਂ ਕੋਈ ਵੀ ਪਰੇਸ਼ਾਨੀ ਦਿੱਕਤ ਨਹੀਂ ਆਈ। ਤਾਂ ਪਰਿਵਾਰ, ਉਹਨਾਂ ਦੇ ਪਤਨੀ ਵੀ ਇੱਥੇ ਮੌਜੂਦ ਨੇ। ਮਾਹੌਲ ਬੇਹੱਦ ਮਾਹੌਲ ਬੇਹੱਦ ਨਾਜ਼ੁਕ ਮਾਹੌਲ ਹੈ। ਗੱਲਬਾਤ ਕਰਨੀ ਬੇਸ਼ੱਕ ਔਖੀ ਹੈ, ਕੋਸ਼ਿਸ਼ ਕਰਾਂਗੇ ਭੈਣ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ, ਉਸ ਸ਼ਹੀਦ ਦੀ ਪਤਨੀ ਦੇ ਨਾਲ ਗੱਲਬਾਤ ਕਰਨ ਦੀ, ਕਿਉਂਕਿ ਜਿਸ ਅੱਜ ਉਸ ਸੂਰਵੀਰ ਯੋਧੇ ਨੇ ਦੇਸ਼ ਦੇ ਲਈ ਕੁਰਬਾਨੀ ਦਿੱਤੀ ਹੈ, ਤਾਂ ਅੱਜ ਪਰਿਵਾਰ ਦੇ ਨਾਲ ਹਰ ਅੱਖ ਨਮ ਹੈ। ਬਜ਼ੁਰਗ ਮਾਤਾਵਾਂ ਵੀ ਇੱਥੇ ਮੌਜੂਦ ਨੇ, ਪੁੱਤਰ ਵੀ 2 ਨੇ। ਇੱਕ ਨੂੰ ਇਹੀ ਸੋਚਿਆ ਸੀਗਾ ਵੀ ਇੱਕ ਨੂੰ ਮੈਂ ਆਰਮੀ ਦੇ ਵਿੱਚ ਭਰਤੀ ਕਰਵਾਉਣਾ ਹੈ, ਤਾਂ ਦੂਸਰੇ ਨੂੰ ਮੈਂ ਵਿਦੇਸ਼ ਭੇਜਣਾ। ਤਾਂ ਬਹੁਤ ਸਾਰੇ ਸੁਪਨੇ ਉਸ ਸ਼ਹੀਦ ਸੂਰਵੀਰ ਯੋਧੇ ਦੇ ਵੱਲੋਂ ਸ਼ਹੀਦ ਪਰਮਿੰਦਰ ਸਿੰਘ ਦੇ ਪਰਿਵਾਰ ਨਾਲ ਪਹਿਲਾਂ ਗੱਲਬਾਤ ਕੀਤੀ, ਉਹਨਾਂ ਦੇ ਪਿਤਾ ਜੀ ਨਾਲ ਗੱਲ ਕੀਤੀ, ਫਾਦਰ ਇਨ ਲਾਅ ਦੇ ਨਾਲ ਗੱਲਬਾਤ ਕੀਤੀ, ਪਤਨੀ ਦੇ ਨਾਲ। ਬੇਸ਼ੱਕ ਇਹ ਨਾਜ਼ੁਕ ਮਾਹੌਲ ਹੈ, ਗੱਲਬਾਤ ਕਰਨੀ ਬਹੁਤ ਔਖੀ ਹੈ, ਪਰ ਇਸ ਪਰਿਵਾਰ ਦੇ ਵਿੱਚ ਬਹੁਤ ਸਾਰੀ ਦੁੱਖ ਅਤੇ ਤਕਲੀਫਾਂ ਨੇ। ਇੱਕ ਸ਼ਹੀਦ ਜਿਹੜਾ ਅੱਜ ਦੇਸ਼ ਦੇ ਲੇਖੇ ਆਪਣੀ ਜਾਨ ਲਗਾ ਗਿਆ, ਆਪਣੀ ਜਾਨ ਵਾਰ ਗਿਆ, ਉਹਦੇ 2 ਪੁੱਤਰ, ਹੀਰਿਆਂ ਵਰਗੇ 2 ਪੁੱਤਰ, ਔਰ ਉਹਨਾਂ ਦੀ ਪਤਨੀ, ਸ਼ਹੀਦ ਦੀ ਪਤਨੀ ਵੀ ਅੱਜ ਦੇਸ਼ ਮਾਣ ਕਰ ਰਿਹਾ ਉਹਨਾਂ ਦੀ ਸ਼ਹਾਦਤ ਦੇ ਉੱਤੇ। ਪਰ ਬਹੁਤ ਸਾਰੇ ਦੁੱਖ ਤਕਲੀਫਾਂ ਚੱਲੀਆਂ ਇਸ ਪੂਰੇ ਸਫ਼ਰ ਦੇ ਦੌਰਾਨ। ਜੋ ਕਮਾਇਆ ਪਰਿਵਾਰ ਦੇ ਲੇਖੇ ਲਗਾਇਆ,
ਪਰ ਅੱਜ ਪਰਿਵਾਰ ਦੇ ਹਾਲਾਤ ਕੀ ਨੇ, ਨਾਜ਼ੁਕ ਹਾਲਾਤ ਦੱਸਦੇ ਨੇ। ਭੈਣ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ, ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵੀ ਤੁਹਾਡੇ ਨਾਲ ਹੈ ਔਰ ਉਹਨਾਂ ਦੀ ਸ਼ਹਾਦਤ ਨੂੰ ਸਲਾਮ ਹੈ, ਤੁਹਾਨੂੰ ਸਲਾਮ ਹੈ, ਇਹਨਾਂ ਬੱਚਿਆਂ ਨੂੰ ਸਲਾਮ ਹੈ ਜਿਨ੍ਹਾਂ ਦੇ ਪਿਤਾ ਅੱਜ ਦੇਸ਼ ਤੋਂ ਜਾਨ ਕੁਰਬਾਨ ਕਰ ਗਏ। ਮੈਂ ਜਾਣਨਾ ਚਾਹੂੰਗਾ, ਆਖਰੀ ਵਾਰ ਕਦੋਂ ਗੱਲ ਹੋਈ ਸੀ ਤੁਹਾਡੀ? ਪਰਸੋਂ 7:30 ਵਜੇ ਗੱਲ ਹੋਈ ਸੀਗੀ ਜੀ ਮੇਰੀ। ਬੱਚਿਆਂ ਨਾਲ ਵੀ ਹੋਈ ਸੀ, ਡੇਲੀ ਗੱਲ ਕਰਦੇ ਸੀ ਕਿ ਬੱਚਿਆਂ ਨਾਲ, ਬੱਚਿਆਂ ਦੇ ਐਗਜ਼ਾਮ ਚੱਲਦੇ ਸੀ, ਪੇਪਰ ਕਿਵੇਂ ਹੋਇਆ, ਸਾਰਾ ਕੁਝ ਪੁੱਛਦੇ ਸੀ, ਘਰ 'ਚ ਸੁੱਖ ਸ਼ਾਂਤੀ। ਮੈਂ ਕਿਹਾ ਹਾਂਜੀ ਠੀਕ ਹੈ, ਮੈਂ ਜਲਦੀ ਛੁੱਟੀ ਆ ਜਾਣਾ, ਕੋਈ ਨਾ ਟੈਨਸ਼ਨ ਨਾ ਲਿਆ ਕਰੋ, ਬੱਚਿਆਂ ਦਾ ਧਿਆਨ ਰੱਖੀ, ਮੇਰੇ ਬੱਚੇ ਤਰਸਣ ਨਾ ਕਿਸੇ ਚੀਜ਼ ਦਾ। ਦੱਸਦੇ ਬਹੁਤ ਸਾਰੇ ਸੁਪਨੇ ਸੁਝਾਏ ਸੀਗੇ, ਕਹਿੰਦੇ ਪੂਰੀ ਆਪਣੀ ਨੌਕਰੀ ਜਿਹੜੀ ਆ ਉਹ ਆਪਣੇ ਪਰਿਵਾਰ ਦੇ ਲੇਖੇ ਲਗਾਈ, ਮਾਤਾ ਨੂੰ ਠੀਕ ਦਾ ਇਲਾਜ ਕਰਵਾਇਆ, ਭੈਣ ਨੂੰ। ਫੈਮਿਲੀ ਦਾ ਹੀ ਸੋਚਿਆ ਸੀ ਜੀ ਉਹਨੂੰ, ਅਸੀਂ ਮੇਰਾ ਪਰਿਵਾਰ ਆ। ਜੇ ਮੈਂ ਕਿਸੇ ਵੇਲੇ ਕਹਿ ਵੀ ਦਿੰਦੀ ਸੀ ਆਪਣਾ ਕੁਝ ਬਣਾਇਆ ਨਹੀਂ, ਕਹਿੰਦੇ ਕੋਈ ਗੱਲ ਨਹੀਂ, ਮੇਰਾ ਪਰਿਵਾਰ ਆ, ਮੈਂ ਆਪਣੇ ਪਰਿਵਾਰ ਲਈ। ਮੇਰੀ ਮਾਂ ਨੂੰ ਕੈਂਸਰ ਦੀ ਪ੍ਰੋਬਲਮ ਸੀਗੀ, ਉਹਨੇ ਆਪਣੀ ਮੇਰੀ ਸ਼ਾਇਦ ਮੈਨੂੰ ਡਿਊਟੀ ਮੇਰੀ ਮਾਂ ਕਰਕੇ ਮਿਲੀ ਹੈ। ਉਹਨੇ ਆਪਦੇ ਬਾਰੇ ਕੁਝ ਵੀ ਨਹੀਂ ਸੋਚਿਆ, ਜਦ ਕੁਝ ਵੀ ਨਹੀਂ ਬਣਾਇਆ ਜੀ, ਅੱਜ ਮੇਰੇ ਕੋਲੇ ਕੁਝ ਵੀ ਨਹੀਂ ਗਾ। ਦੱਸ ਦੇਵਾਂ ਵੀ ਪਰਮਿੰਦਰ ਸਿੰਘ ਦਾ ਪਰਿਵਾਰ, 2 ਬੱਚੇ, ਉਹਨਾਂ ਦੀ ਪਤਨੀ, ਜਦੋਂ ਆਪ ਵੀ ਛੁੱਟੀ ਆਉਂਦੇ ਸੀ ਤਾਂ ਇਹ ਮੈਨੂੰ ਲੱਗਦਾ 2 ਖਾਨੇ ਦਾ ਇੱਕ ਕਮਰਾ ਹੋਊਗਾ। ਅੱਧੀ ਤੋਂ ਜ਼ਿਆਦਾ ਨੌਕਰੀ ਇਸ ਕਮਰੇ ਦੇ ਵਿੱਚ ਉਹਨਾਂ ਨੇ ਛੁੱਟੀ ਜਿਹੜੀ ਆ ਉਹ ਇੱਥੇ ਕੱਟੀ ਹੈ। ਤਾਂ ਤੁਸੀਂ ਸੋਚ ਸਕਦੇ ਹੋ ਵੀ ਉਸ ਦਾ ਦਿਲ ਕਿੰਨਾ ਨਾਜ਼ੁਕ ਸੀਗਾ, ਕਿੰਨਾ ਉਹ ਦਲੇਰ ਇਨਸਾਨ ਸੀਗਾ ਜਿਹੜਾ ਕਹਿੰਦਾ ਸੀਗਾ ਵੀ ਮੈਂ ਆਪਣੇ ਪਰਿਵਾਰ ਦੇ ਲੇਖੇ ਜ਼ਿੰਦਗੀ ਲਗਾਉਣੀ ਹੈ। ਭੈਣ ਜੀ, ਕੀ ਹਾਲਾਤ? ਮੇਰੀ ਮੈਰਿਜ ਨੂੰ ਮੈਂ ਇਸ ਕਮਰੇ ਦੇ ਵਿੱਚ ਹੀ ਬੈਠੀ 16 ਸਾਲ 'ਚ, ਉਹਨੇ ਆਪਣਾ ਘਰ ਨਹੀਂ ਬਣਾਇਆ ਗਿਆ। ਕੋਈ ਗੱਲ ਨਹੀਂ, ਮੇਰਾ ਪਰਿਵਾਰ ਆ, ਮੇਰੇ ਜਦੋਂ ਕਰਮਾਂ 'ਚ ਹੋਇਆ ਬਣ ਜਾਊਗਾ। ਪਰ ਉਹਨੇ ਕਿਸੇ ਦਾ ਹੱਕ ਖਾਧਾ ਨਹੀਂ ਸੀ, ਉਹਦਾ ਹੱਕ ਕਿਸੇ ਨੇ ਛੱਡਿਆ ਨਹੀਂ, ਉਹਨੇ ਸਾਰੇ ਆਪਣਾ ਆਪਣਾ ਸੋਚ ਕੇ ਬਣਾ ਕੇ, ਉਹਨੇ ਆਪਣਾ ਕੁਝ ਵੀ ਨਹੀਂ ਬਣਾਇਆ ਸੀਗਾ। ਉਹਨੇ ਦੇਸ਼ ਦੀ ਸੇਵਾ ਹੀ ਕੀਤੀ ਹੈ। ਮੈਨੂੰ ਨੌਕਰੀ ਪਹਿਲਾਂ ਜ਼ਰੂਰੀ ਹੈ, ਮੈਨੂੰ ਘਰ ਬਾਅਦ 'ਚੋਂ। ਮੇਰੇ ਦੇਸ਼ ਦੀ ਸੇਵਾ ਲਈ ਕੁਰਬਾਨ ਹੋ ਗਏ ਮੇਰੇ ਬੰਦੇ, ਕੁਝ ਨਹੀਂ ਅੱਜ ਦੇ ਤਸਵਾਦਾਂ ਤੋਂ ਬਿਨਾਂ। ਪਰਿਵਾਰ ਦੇ ਵਿੱਚ ਇੱਥੇ ਜੁਆਇੰਟ ਫੈਮਿਲੀ ਰਹਿੰਦੀ ਸੀ ਜਾਂ ਅਲੱਗ ਰਹਿੰਦੇ ਸੀ, ਕਿਵੇਂ ਸੀਗਾ ਇਸ ਘਰ? ਅਲੱਗ ਜੀ, ਆਪਣੇ ਘਰ 'ਚ। ਤੇ ਫਿਰ ਖਰਚਾ ਕਿਵੇਂ ਚੱਲਦਾ ਸੀਗਾ ਜਦੋਂ ਸਾਰਾ ਚਲੋ ਸੋਚਦੇ ਸੀਗੇ, ਉਹਨਾਂ ਦੀ ਆਪਣੀ ਸੋਚ ਸੀਗੀ, ਫਿਰ ਤੁਹਾਡਾ ਗੁਜ਼ਾਰਾ ਚੱਲਦਾ ਸੀਗਾ? ਬੱਚੇ ਪੜ੍ਹਾਈ ਕਰ ਰਹੇ ਸੀਗੇ ਸਹੀ? ਹਾਂਜੀ, ਬੱਚੇ ਪਹਿਲਾਂ ਘਰ ਤੋਂ ਪਹਿਲਾਂ ਜਦੋਂ ਨਾਲ ਸੀਗੇ ਉਦੋਂ ਵੱਡੇ ਵੀਰ ਜੀ ਕੋਲੇ ਹੁੰਦਾ ਸੀ ਸਾਰਾ ਹਿਸਾਬ ਕਿਤਾਬ ਉਹਨਾਂ ਦਾ, ਮੈਨੂੰ ਕੁਝ ਨਹੀਂ ਪਤਾ ਸੀ। ਜਦੋਂ ਅਲੱਗ ਹੋਇਆ ਸਿਰਫ ATM ਰਾਹੀਂ ਪੇ ਆਉਂਦੀ ਸੀਗੀ, ਮੈਨੂੰ ਖਰਚੇ ਪਾਣੀ ਨੂੰ ਦਿੰਦੇ ਹੁੰਦੇ ਸੀ। ਜਦੋਂ ਮੈਂ ਕੁਝ ਪੁੱਛਦੀ ਸੀ ਮੈਨੂੰ ਕਹਿੰਦੇ ਸੀ ਤੂੰ ਕੀ ਲੈਣਾ, ਪੁੱਛ ਕੇ ਕੋਈ ਨਾ, ਮੈਂ ਹੈਗਾ ਵਾਂ, ਤੂੰ ਕੋਈ ਨਾ ਟੈਨਸ਼ਨ ਲੈ, ਕੋਈ ਗੱਲ ਨਹੀਂ, ਮੈਂ ਆਪੇ ਸਾਰਾ ਕੁਝ ਤੈਨੂੰ ਬਣਾ ਕੇ ਦਊਂਗਾ। ਮੈਂ ਕਦੀ ਪੁੱਛਿਆ ਨਹੀਂ ਸੀਗਾ ਵੀ ਮੇਰੇ ਤੇ ਆ ਵੀ ਨਾ ਬਤਾਊਗੀ, ਮੈਨੂੰ ਕਦੀ ਉਹਨੇ ਕੁਝ ਨਹੀਂ ਸੀ ਦੱਸਿਆ ਉਹਦੇ ਬਾਰੇ, ਮੈਂ ਕਿਵੇਂ ਡਿਊਟੀ ਕਰਦਾ, ਕਿਵੇਂ ਰਹਿਣਾ ਵਾ। ਖਬਰ ਕਿਵੇਂ ਮਿਲੀ ਸੀ ਉਹਨਾਂ ਦੀ ਸ਼ਹਾਦਤ ਦੀ? ਖਬਰ ਕਿਵੇਂ ਮਿਲੀ ਤੁਹਾਨੂੰ, ਕਿਵੇਂ ਪਤਾ ਲੱਗਾ? ਪਰ ਜੀ ਮੈਨੂੰ ਉੱਥੋਂ ਜੇਠ ਨੂੰ ਕਾਲ ਆਈ ਸੀਗੀ, ਨਾਲ ਦੇ ਸੂਬੇਦਾਰ ਸਾਹਿਬ ਸੀਗੇ, ਛੁੱਟੀ ਆਏ ਹੋਏ ਸੀਗੇ, ਉਹਨਾਂ ਨੇ ਕਾਲ ਕੀਤੀ ਸੀ ਦੁਕਾਨ 'ਤੇ ਵੀ ਇੱਦਾਂ ਸਾਨੂੰ ਉੱਥੋਂ ਵੀ AD ਸਾਹਿਬ ਦਾ ਫੋਨ ਆਇਆ ਵਾ ਵੀ ਤੁਹਾਨੂੰ ਵੀ ਮੈਡਮ ਨੂੰ ਪਤਾ ਵੀ ਸੂਬੇਦਾਰ ਪ੍ਰਵਿੰਦਰ ਸਿੰਘ ਨੂੰ ਸੱਟ ਲੱਗ ਗਈ ਆ। ਫਿਰ ਜੇਠ ਦੁਕਾਨ 'ਤੇ ਸੀ, ਉਹਨਾਂ ਨੇ ਮੈਨੂੰ ਕਾਲ ਕਰਕੇ ਪੁੱਛਿਆ। ਮੈਂ ਕਿਹਾ ਵੀਰ ਜੀ ਵੀ ਮੈਨੂੰ ਤਾਂ ਕੋਈ ਫੋਨ ਨਹੀਂ ਆਇਆ। ਉਹਨਾਂ ਨੇ ਮੈਨੂੰ ਨੰਬਰ ਦਿੱਤਾ, ਫਿਰ ਜਿਨ੍ਹਾਂ ਨੇ ਇਹਨਾਂ ਨੂੰ ਕਾਲ ਕੀਤੀ ਸੀ ਸੂਬੇ ਇਕਬਾਲ ਸਾਹਿਬ ਸੀਗੇ ਕੌਂਕਿਆਂ ਤੋਂ, ਉਹਨਾਂ ਨਾਲ ਮੈਂ ਗੱਲ ਕੀਤੀ। ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਮੈਡਮ ਤੁਸੀਂ ਟੈਨਸ਼ਨ ਨਾ ਲਓ, ਮੈਂ CO ਸਾਹਿਬ ਕੋਲ ਚੱਲਿਆ, ਮੈਂ ਸਾਰਾ ਕੁਝ ਪੁੱਛ ਕੇ ਨਾ ਤੁਹਾਨੂੰ ਦੱਸ ਦੇਵਾਂ ਵੀ ਮੈਨੂੰ ਖੁਦ ਵੀ ਮੈਂ ਛੁੱਟੀ ਆਇਆ ਹੋਇਆ ਸੀ, ਉੱਥੇ ਨਹੀਂ ਸੀ, ਮੈਂ ਤੁਹਾਨੂੰ ਪੁੱਛ ਕੇ ਸਾਰਾ ਕੁਝ ਦੱਸ ਦੂੰਗਾ, ਤੁਸੀਂ ਟੈਨਸ਼ਨ ਨਾ ਲਓ। ਵੀ ਉਹਨਾਂ ਨੇ ਕਿਹਾ ਸੀ ਵੀ ਸੱਟ ਲੱਗੀ ਆ। ਅਸੀਂ ਉਹਨਾਂ ਦਾ ਘਾਟਾ ਨਹੀਂ ਪੂਰਾ ਕਰ ਸਕਦੇ, ਕੋਈ ਵੀ ਉਹ ਘਾਟਾ ਨਹੀਂ ਪੂਰਾ ਕਰ ਸਕੂਗਾ। ਦੇਸ਼ ਅੱਜ ਯਾਦ ਕਰਕੇ ਉਹਨਾਂ ਨੂੰ ਰੋ ਰਿਹਾ, ਹਰ ਇਨਸਾਨ ਦੀ ਅੱਖ ਨਮ ਹੈ। ਮੈਂ ਗਲੀ 'ਚੋਂ ਆ ਰਿਹਾ ਸੀ ਤਾਂ ਉੱਥੇ ਵੀ ਇਹੀ ਬੀਬੀਆਂ ਗੱਲਾਂ ਕਰਦੀਆਂ ਸੀ ਵੀ ਉਹਨੇ ਨਾ ਕਦੇ ਨੂੰ ਮਾੜਾ ਚੰਗਾ ਨਹੀਂ ਅੱਜ ਤੱਕ ਕਿਹਾ। ਕਦੀ ਵੀ ਕਿਸੇ ਆਪਦੇ ਭੈਣ ਭਰਾ ਅੱਗੇ, ਕਦੀ ਜੇ ਉਹਦੇ ਭੈਣਾਂ ਭਰਾ ਮਾਂ ਪਿਓ ਨੂੰ ਕੁਝ ਕਹਿੰਦਾ ਸੀ, ਉਹ ਕਦੀ ਨਹੀਂ ਸੀ ਕੁਝ ਕਹਿੰਦਾ ਹੁੰਦਾ ਕਿ ਅਸੀਂ ਕੋਈ ਗੱਲ ਨਹੀਂ, ਮੇਰੇ ਕਰਮ ਮੇਰੇ ਨਾਲ, ਇਹਨਾਂ ਦੇ ਇਹਨਾਂ ਨਾਲ। ਕਦੀ ਵੀ ਕਿਸੇ ਰਿਸ਼ਤੇਦਾਰੀ 'ਚ ਕਦੀ ਕਿਸੇ ਉੱਚਾ ਨਹੀਂ ਸੀ ਬੋਲਦਾ, ਕਦੀ ਸਿਰਫ ਉਹਨੂੰ ਆਪਣੇ ਆ ਸੀ ਮੈਨੂੰ ਵਾਹਿਗੁਰੂ ਮੇਰੇ ਹੱਕ ਦੀ ਦੀਜ ਆ, ਮੈਂ ਆਪਣੀ ਕਮਾਈ ਕਰਕੇ ਖੁਦ ਆਪਣੇ ਹੱਕ ਦੀ ਖਾਊਂਗਾ, ਮੈਨੂੰ ਕਿਸੇ ਦਾ ਹੱਕ ਨਾ ਖਵਾਈ, ਬਸ। ਨਾ ਹੀ ਅਸੀਂ ਕਦੀ ਕਿਸੇ ਦਾ ਖਾਧਾ ਸੀ। ਜਿਵੇਂ ਸਰਕਾਰ ਦੇ ਵੱਲੋਂ ਐਲਾਨ ਤਾਂ ਕੀਤਾ ਗਿਆ ਨੌਕਰੀ ਦਾ, ਐਕਸਗ੍ਰੇਸ਼ੀਆ ਜਿਹੜੀ ਗ੍ਰਾਂਟ ਹੈ ਉਹਦਾ ਵੀ ਐਲਾਨ ਕੀਤਾ ਗਿਆ, ਤਾਂ ਤੁਸੀਂ ਕੀ ਸਰਕਾਰ ਨੂੰ ਹੁਣ ਕਹਿਣਾ ਚਾਹੁੰਦੇ ਹੋ? ਕਿਉਂਕਿ ਬਹੁਤ ਸਾਰੇ ਪਰਿਵਾਰ ਇੱਦਾਂ ਦੇ ਹੁੰਦੇ ਨੇ ਵੀ ਸਰਕਾਰਾਂ ਕਈ ਵਾਰ ਬਾਅਦ ਦੇ ਵਿੱਚ ਪਰਿਵਾਰਾਂ ਦੀ ਹਾਲਤ ਜਿਸ ਤਰੀਕੇ ਨਾਲ ਤੁਸੀਂ ਦੱਸੀ ਹੈ ਵੀ ਔਖਾ ਗੁਜ਼ਾਰਾ ਚੱਲ ਰਿਹਾ, ਜਿੱਦਾਂ ਵੀ ਜਿਸ ਤਰੀਕੇ ਨਾਲ ਵੀ ਰਹਿ ਰਹੇ ਹੋ, ਤਾਂ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਮੇਰੀ ਤਾਂ ਸਰਕਾਰ ਅੱਗੇ ਹੀ ਮੰਗ ਹੈ ਵੀ ਮੇਰਾ ਕਮਾਈ ਵਾਲਾ ਸਾਧਨ ਉਹੀ ਸੀਗਾ, ਉਹ ਦੇਸ਼ ਲਈ ਕੁਰਬਾਨ ਹੋ ਗਏ। ਮੈਨੂੰ ਮੇਰੇ ਬੱਚਿਆਂ ਦਾ ਫਿਊਚਰ ਚਾਹੀਦਾ, ਮੇਰੇ ਬੱਚੇ ਨਾ ਰੁਲਣ, ਆਪਣੇ ਪਿਓ ਦੀ ਕੁਰਬਾਨੀ ਨੂੰ ਯਾਦ ਕਰਕੇ ਰਹਿਣ। ਬਸ ਮੇਰੇ ਕੋਲ ਮੈਂ ਘਰੋਂ ਅਲੱਗ ਆ, ਮੈਨੂੰ ਜੋ ਵੀ ਸਰਕਾਰ ਕੋਲ ਮੇਰੇ ਮੰਗ ਮੇਰੀ ਪੂਰੀ ਕੀਤੀ ਜਾਵੇ, ਮੇਰੇ ਬੱਚਿਆਂ ਦਾ ਫਿਊਚਰ ਬਣੇ ਬਸ। ਤਾਂ ਬੱਚਿਆਂ ਦੀ ਚਿੰਤਾ ਅੱਗੇ ਹੈ, ਕਿਉਂਕਿ
ਇੱਕ ਸ਼ਹੀਦ ਅੱਜ ਦੇਸ਼ ਦੇ ਲੇਖੇ ਆਪਣੀ ਜਾਨ ਲਗਾ ਗਿਆ ਤਾਂ ਸਰਕਾਰਾਂ ਦਾ ਵੀ ਫਰਜ਼ ਬਣਦਾ। ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਾ, ਪਰ ਜੋ ਇਸ ਸਮੇਂ ਹਾਲਾਤ ਨੇ, ਜਿਵੇਂ ਭੈਣ ਜੀ ਨੇ ਦੱਸਿਆ ਹੈ ਵੀ ਹਾਲਾਤ ਨਾਜ਼ੁਕ ਨੇ, ਅੱਗੇ ਪਰਿਵਾਰ ਦਾ ਆਰਥਿਕ ਤੌਰ ਦੇ ਉੱਤੇ ਵਿਚਰਨਾ ਕਿਤੇ ਨਾ ਕਿਤੇ ਸ਼ਾਇਦ ਮੁਸ਼ਕਿਲ ਪੈਦਾ ਕਰ ਸਕਦਾ। ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਵੀ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਉਨੀ ਵੱਧ ਤੋਂ ਵੱਧ ਮਦਦ ਕਰਨ। ਨੌਕਰੀ ਦੀ ਗੱਲ ਕੀ ਹੈ ਤਾਂ ਉਹ ਵੀ ਜਿਸ ਤਰੀਕੇ ਦੇ ਨਾਲ, ਜੇ ਭੈਣ ਜੀ ਨੂੰ ਨੌਕਰੀ ਜਲਦੀ ਮਿਲ ਸਕਦੀ ਤਾਂ ਇਹਨਾਂ ਨੂੰ ਸਾਡੀ ਵੀ ਅਪੀਲ ਹੈ ਵੀ ਇਹਨਾਂ ਨੂੰ ਨੌਕਰੀ ਮਿਲੇ, ਜਾਂ ਬੱਚਿਆਂ ਦੀ ਹੈਗੀ ਤਾਂ ਉਹਨਾਂ ਦਾ ਵੀ ਜਿਹੜਾ ਉਹਨਾਂ ਦੇ ਪਿਤਾ ਦੀ ਸ਼ਹਾਦਤ ਦਾ ਮੁੱਲ ਉਹਨਾਂ ਨੂੰ ਜ਼ਰੂਰ ਮਿਲੇ। ਬੱਚਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ। ਬੇਟਾ ਕੀ ਨਾਂ ਔਰ ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੇਰਾ ਨਾਮ ਸਿਮਰਨਜੀਤ ਸਿੰਘ ਹੈ, ਮੈਂ 7th ਕਲਾਸ 'ਚ ਪੜ੍ਹਦਾ। ਸਿਮਰਨ, ਪਤਾ ਪਾਪਾ ਜੀ ਦੇਸ਼ ਤੋਂ ਕੁਰਬਾਨ ਹੋ ਗਏ ਨੇ, ਸ਼ਹੀਦੀ ਦੇ ਗਏ ਨੇ? ਹਾਂਜੀ ਪਤਾ ਜੀ। ਕੀ ਮਨ ਦੇ ਵਿੱਚ ਹੈ? ਮਾਣ ਮਹਿਸੂਸ ਹੋ ਰਿਹਾ ਪਾਪਾ ਤੇ? ਪ੍ਰਾਊਡ ਫੀਲ ਹੁੰਦਾ ਵੀ ਪਾਪਾ ਨੇ ਦੇਸ਼ ਦੇ ਲਈ ਜਾਂ? ਜ਼ਿਆਦਾ ਪ੍ਰਾਊਡ ਫੀਲ ਹੁੰਦਾ। ਮੇਰੇ ਪਾਪਾ ਮਰੇ ਨਹੀਂ ਕਿ ਉਹ ਦੇਸ਼ ਲਈ ਸ਼ਹੀਦ ਹੋਏ ਆ। ਕੀ ਗੱਲ ਹੁੰਦੀ ਸੀ ਤੁਹਾਡੇ ਨਾਲ? ਕੀ ਕਹਿੰਦੇ ਸੀਗੇ ਮੈਂ ਤੁਹਾਨੂੰ ਕੀ ਬਣਾਉਣਾ ਪੜ੍ਹਾ ਲਿਖਾ ਕੇ? ਕੁਛ ਨਹੀਂ, ਬਸ ਉਹਨਾਂ ਨੇ ਤਾਂ ਕੁਛ ਨਹੀਂ ਦੱਸਿਆ ਸੀਗਾ ਵੀ ਕੀ ਬਣਨਾ ਕੀ ਨਹੀਂ ਬਣਨਾ। ਜਿਹੜਾ ਕੁਛ ਚੰਗਾ ਲੱਗਦਾ ਪਾਪਾ ਕਹਿੰਦੇ ਸੀ ਉਹੀ ਬਣਿਓ, ਉਹਦਾ ਧੱਕਾ ਨਹੀਂ ਗਾ ਕੋਈ ਤੁਹਾਡੇ ਨਾਲ। ਉਹ ਤਾਂ ਇਹੀ ਸੀ, ਮੇਰੇ ਬੱਚੇ ਪੁੱਤ ਤੁਸੀਂ ਪੜ੍ਹ ਲਓ, ਜਿੰਨਾ ਵੀ ਪੜ੍ਹ ਲਓਗੇ ਚੰਗੇ ਰਹੋਗੇ। ਮੈਂ ਤਾਂ ਇੱਦਾਂ ਧੱਕੇ ਖਾਣਾ, ਮੇਰੇ ਬੱਚੇ ਧੱਕੇ ਨਾ ਖਾਣ, ਮੇਰੇ ਬੱਚੇ ਪੜ੍ਹ ਲੈਣ। ਪੁੱਤ ਮੇਰੇ ਕੋਲ ਪੜ੍ਹਾਈ ਹੈ, ਮੇਰੇ ਕੋਲ ਤੁਹਾਡੇ ਲਈ ਹੋਰ ਕੁਝ ਨਹੀਂ ਹੈਗਾ, ਪੜ੍ਹ ਲਓ ਬਸ। ਉਹਦੇ ਕੋਲ ਇਹ ਆਵਾਜ਼ ਹੁੰਦੀ ਸੀ ਉਹਦੀ ਸ਼ੁਰੂ ਤੋਂ ਵੀ ਆਪਣਾ ਪੜ੍ਹ ਲਓ ਬਸ। ਇਹਨਾਂ ਦੀ ਇਹ ਡਿਮਾਂਡ ਡੇਲੀ ਹੁੰਦੀ ਸੀ, ਪਾਪਾ ਜੀ ਸਾਨੂੰ ਘਰ ਬਣਾ ਦਿਓ, ਸਾਨੂੰ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੈ। 23 ਸਾਲ ਹੋ ਗਏ ਸੀ ਜੋਬ ਕਰਦੇ ਨੂੰ, ਸਾਡੇ ਕੋਲ ਆਪਣਾ ਘਰ ਨਹੀਂ ਬਣਿਆ ਸੀ ਇੱਕ। ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨਾ ਨਰਮ ਦਿਲ ਵਾਲਾ ਔਰ ਕਿੰਨਾ ਨਾਜ਼ੁਕ ਦਿਲ ਵਾਲਾ ਇਨਸਾਨ ਸੀ, ਜਿਹਨੇ ਆਪਣੇ ਪਰਿਵਾਰ ਦੇ ਲਈ ਜ਼ਿੰਦਗੀ ਲਾਈ ਪਰ ਆਪਣਾ ਇੱਕ ਘਰ ਤੱਕ ਨਹੀਂ ਬਣਾਇਆ। ਤਾਂ ਘਰ ਦੇ ਪਰਿਵਾਰ ਦੇ ਹਾਲਾਤ ਤੁਸੀਂ ਜਾਣੇ, ਔਰ ਪਰਮਾਤਮਾ ਦੇ ਅੱਗੇ ਹੀ ਅਰਦਾਸ ਕਰਦੇ ਹਾਂ ਵੀ ਹਮੇਸ਼ਾ ਪਰਿਵਾਰ ਚੜ੍ਹਦੀ ਕਲਾ 'ਚ ਰਹੇ। ਜੋ ਬੱਚਿਆਂ ਦੇ ਲਈ ਸ਼ਹੀਦ ਸਰਦਾਰ ਪਰਮਿੰਦਰ ਸਿੰਘ ਦੇ ਵੱਲੋਂ ਸੁਪਨੇ ਦੇਖੇ ਗਏ ਸੀਗੇ, ਨਾਇਬ ਸੂਬੇਦਾਰ ਦੇ ਤੌਰ ਡਿਊਟੀ ਨਿਭਾ ਰਹੇ ਸੀਗੇ ਗਲੇਸ਼ੀਅਰ ਦੇ ਵਿੱਚ, ਤਾਂ ਉਹਨਾਂ ਦੇ ਸੁਪਨੇ ਜ਼ਰੂਰ ਪੂਰੇ ਹੋਣ ਔਰ ਉਹਨਾਂ ਦੇ ਬੱਚਿਆਂ ਦੇ ਸੁਪਨੇ ਜੋ ਇਹਨਾਂ ਨੇ ਦੇਖੇ ਨੇ ਉਹਨਾਂ ਨੂੰ ਸਾਕਾਰ ਕਰਨ ਦੇ ਵਿੱਚ ਸਰਕਾਰ ਜ਼ਰੂਰ ਮਦਦ ਕਰੇ, ਕਿਉਂਕਿ ਇਸ ਸਮੇਂ ਸਰਕਾਰ ਦੀ ਮਦਦ ਦੀ ਬਹੁਤ ਵੱਡੀ ਲੋੜ ਹੈ ਇਸ ਪਰਿਵਾਰ ਨੂੰ। ਕੁਝ ਦੇਰ ਦੇ ਵਿੱਚ ਅੰਤਿਮ ਯਾਤਰਾ ਨਿਕਲੇਗੀ ਤਾਂ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਬਹੁਤ ਮਾਣ ਆ ਉਹਦੀ ਸ਼ਹਾਦਤ 'ਤੇ। ਅੱਜ ਮੈਨੂੰ ਮੈਂ ਚਾਹੂੰਗੀ, ਮੈਨੂੰ ਕੀ ਨਹੀਂ ਕਹੂਗਾ ਇਹਦੇ ਹਸਬੈਂਡ ਮਰਿਆ, ਮੈਨੂੰ ਕਹੂਗਾ ਸ਼ਹੀਦ ਦੀ ਪਤਨੀ ਜਾਂਦੀ। ਅੱਜ ਮੈਨੂੰ ਬਹੁਤ ਗਰਵ ਆ ਉਹਦੇ ਦੇਸ਼ ਤੋਂ ਕੁਰਬਾਨੀ ਦਿੱਤੀ ਉਹਨੇ, ਆਪਣਾ ਘਰ ਨਹੀਂ ਦੇਖਿਆ ਉਹਨੇ, ਆਪਣੇ ਦੇਸ਼ ਤੋਂ ਕੁਰਬਾਨ ਹੋਏ ਪਰ ਆਪਣਾ ਘਰ ਨਹੀਂ ਬਣਾਇਆ। ਇਹ ਜਜ਼ਬਾ ਇੱਕ ਸ਼ਹੀਦ ਦੀ ਪਤਨੀ ਦਾ ਸ਼ਾਇਦ ਇਹੀ ਐਕਸਪੈਕਟ ਕਰ ਸਕਦੇ ਕਿ ਆਮ ਇਨਸਾਨ ਐਡੇ ਵੱਡੇ ਦੁੱਖ ਦੇ ਵਿੱਚ ਐਡੀ ਵੱਡੀ ਗੱਲ ਸ਼ਾਇਦ ਨਾ ਕਰ ਪਾਵੇ, ਪਰ ਇਹ ਪਰਮਾਤਮਾ ਦੀ ਬਖਸ਼ੀ ਹੋਈ ਹਿੰਮਤ ਹੈ। ਇਹਨਾਂ ਦੇ ਪਤੀ ਦੀ ਜੋ ਸੇਵਾ ਦੇਸ਼ ਦੇ ਲਈ ਭਾਵਨਾ ਸੀਗੀ, ਅੱਜ ਮੈਨੂੰ ਲੱਗਦਾ ਉਸੇ ਦਾ ਹੀ ਨਤੀਜਾ ਹੈ ਕਿ ਅੱਜ ਇੰਨੇ ਵੱਡੇ ਦੁੱਖ ਦੇ ਬਾਵਜੂਦ ਇਹ ਭੈਣ ਇਹੀ ਗੱਲ ਕਹਿ ਰਹੇ ਨੇ ਕਿ ਮੇਰੇ ਰਹਿੰਦੇ ਸੀ ਸਰ, ਸਾਨੂੰ ਨਾਲ ਰਹਿੰਦੇ ਸੀ, ਸਾਨੂੰ ਉੱਥੇ ਵੀ ਇਹੀ ਸਿਖਾਇਆ ਜਾਂਦਾ ਸੀ। ਇੱਕ ਜਿਹੜੀ ਫੌਜੀ ਦੀ ਪਤਨੀ ਹੁੰਦੀ ਨਾ, ਉਹਨੂੰ ਬਹੁਤ ਦੁਨੀਆ ਨਾਲੋਂ ਅਲੱਗ ਉਹਦੇ ਨਾਲ ਜਾਣਿਆ ਜਾਂਦਾ ਵਾ। ਦੂਸਰੀ ਨੋਰਮਲ ਦੁਨੀਆ 'ਚ ਨਹੀਂ ਆਉਂਦੀ, ਇਹ ਅਲੱਗ ਹੁੰਦੀ ਆ। ਇੱਕ ਫੌਜੀ ਦੀ ਵਾਈਫ ਫੌਜੀ ਹੈ, ਇਹਨਾਂ ਦੀ ਦੁਨੀਆ ਨਾਲੋਂ ਅਲੱਗ ਪਹਿਚਾਣ ਹੁੰਦੀ ਆ। ਅੱਜ ਮੇਰੀ ਉਸ ਤੋਂ ਵੀ ਅਲੱਗ ਹੋਈ, ਮੈਂ ਸ਼ਹੀਦ ਦੀ ਪਤਨੀ ਕਹਾਂਗੀ। ਤਾਂ ਅੱਖਾਂ ਨਮ ਨੇ, ਗਮਗੀਨ ਮਾਹੌਲ ਹੈ, ਪਰ ਬਾਵਜੂਦ ਇਸ ਦੇ ਇਹ ਹੌਸਲਾ ਅੱਜ ਸਰਦਾਰ ਪਰਮਿੰਦਰ ਸਿੰਘ ਜੀ ਜਿੱਥੇ ਵੀ ਹੋਣਗੇ ਅੱਜ ਇਸ ਪਰਿਵਾਰ ਨੂੰ ਦੇਖ ਕੇ ਮੈਨੂੰ ਲੱਗਦਾ ਵੀ ਮਾਣ ਮਹਿਸੂਸ ਕਰ ਰਹੇ ਹੋਣਗੇ, ਕਿਉਂਕਿ ਅੱਜ ਪੂਰਾ ਦੇਸ਼ ਸ਼ਹੀਦ ਨਾਇਬ ਸੂਬੇਦਾਰ ਸਰਦਾਰ ਪਰਮਿੰਦਰ ਸਿੰਘ ਜੀ ਦੇ ਉੱਤੇ ਅੱਜ ਮਾਣ ਮਹਿਸੂਸ ਕਰ ਰਿਹਾ, ਉਹਨਾਂ ਨੂੰ ਸਲਾਮ ਕਰ ਰਿਹਾ, ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ। ਹਮਦਰਦ ਮੀਡੀਆ ਗਰੁੱਪ ਵੀ ਇਸ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਹੈ। ਪਰਮਾਤਮਾ ਦੇ ਅੱਗੇ ਹੀ ਅਰਦਾਸ ਕਰਦੇ ਹਾਂ ਵੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਔਰ ਇਸ ਸ਼ਹੀਦੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ, ਔਰ ਸਰਕਾਰ ਇਸ ਪਰਿਵਾਰ ਦੀ ਮਦਦ ਜ਼ਰੂਰ ਕਰੇ, ਜਿੰਨੀ ਜਲਦੀ ਹੋ ਸਕਦਾ ਹੈ। ਜੋ ਸਹੂਲਤ ਸਰਕਾਰ ਦੇ ਵੱਲੋਂ ਉਹ ਜ਼ਰੂਰ ਦਿੱਤੀ ਜਾਵੇ। ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਸਰਕਾਰ ਅੱਗੇ, ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਪਰਿਵਾਰ ਲਈ ਇੰਨਾ ਕੁਝ ਸੋਚਿਆ, ਪਰ ਅਸੀਂ ਇੱਕੋ ਹੀ ਬੇਨਤੀ ਕਰਦੇ ਜੋ ਵੀ ਸਰਕਾਰ ਨੇ ਸੋਚਿਆ ਇਸ ਪਰਿਵਾਰ ਨੂੰ ਮਿਲੇ ਔਰ ਇਸੇ ਹੀ ਪਰਿਵਾਰ ਦਾ ਛੇਤੀ ਤੋਂ ਛੇਤੀ ਹੀ ਸੁਣਿਆ ਜਾਵੇ। ਇਹ ਪਰਿਵਾਰ ਬਹੁਤ ਚਿਰ ਤੋਂ ਲੱਗ ਰਹਿੰਦਾ, ਬੜਾ ਹੀ ਇਸ ਚੀਜ਼ ਨਾਲ ਦੁੱਖ ਮਹਿਸੂਸ ਹੁੰਦਾ ਸਾਨੂੰ ਵੀ। ਬਸ ਇਹੀ ਇੱਕ ਬੇਨਤੀ ਹੈ, ਜੋ CM ਸਾਹਿਬ ਨੇ ਕੀਤਾ 50 ਲੱਖ ਰੁਪਈਆ ਔਰ ਇੱਕ ਬੱਚੇ ਦੀ ਨੌਕਰੀ ਜੋ ਵੀ ਹੈ ਉਹਨੂੰ ਹੀ ਜਲਦੀ ਜਲਦੀ ਮੁਹੱਈਆ ਕੀਤਾ ਜਾਵੇ। ਤਾਂ ਬਿਲਕੁਲ ਪਰਿਵਾਰ ਧੰਨਵਾਦ ਵੀ ਕਰ ਰਿਹਾ ਸਰਕਾਰ ਦਾ, ਕਿਉਂਕਿ ਲੋੜ ਹੈ ਇੱਥੇ ਬਹੁਤ ਜ਼ਿਆਦਾ ਲੋੜ ਹੈ ਪਰਿਵਾਰ ਨੂੰ ਸਾਥ ਦੀ ਸਰਕਾਰ ਦੀ। ਪਰ ਵੱਡੀ ਗੱਲ ਕਹੀ ਹੈ ਵੀ ਜੋ ਕੁਝ ਵੀ ਸ਼ਹੀਦ ਸਰਦਾਰ ਨਾਇਬ ਸੂਬੇਦਾਰ ਪਰਮਿੰਦਰ ਸਿੰਘ ਦਾ ਜੋ ਸਨਮਾਨ ਦੇ ਵਜੋਂ
ਦੇ ਰਹੀ ਹੈ ਸਰਕਾਰ, ਉਹ ਸਿੱਧਾ ਇਹਨਾਂ ਬੱਚਿਆਂ ਨੂੰ, ਇਹਨਾਂ ਭੈਣ ਜੀ ਦੇ ਨਾਂ 'ਤੇ ਆਵੇ। ਔਰ ਕਿਉਂਕਿ ਇਹਨਾਂ ਬੱਚਿਆਂ ਦਾ ਫਿਊਚਰ ਜੋ ਪਰਮਿੰਦਰ ਸਿੰਘ ਜੀ ਦੇ ਵੱਲੋਂ ਸੁਪਨੇ ਦੇਖੇ ਗਏ ਸੀ, ਉਹ ਤਾਂ ਹੀ ਸਾਕਾਰ ਹੋ ਸਕਦੇ ਨੇ ਜੇਕਰ ਸਰਕਾਰ ਇਹਨਾਂ ਦਾ ਹੱਕ ਇਹਨਾਂ ਨੂੰ ਸਿੱਧਾ ਦੇਵੇ। ਤਾਂ ਸ਼ਹੀਦ ਪਰਮਿੰਦਰ ਸਿੰਘ ਜੀ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ, ਤੁਸੀਂ ਉਹਨਾਂ ਦਾ ਵੀ ਦਰਦ ਸੁਣਿਆ ਹੈ। ਤਾਂ ਜਗਰਾਓਂ ਦੇ ਲੋਕ ਵੀ ਅੱਜ ਸ਼ਹੀਦ ਸੂਬੇਦਾਰ ਪਰਮਿੰਦਰ ਸਿੰਘ ਸੋਨੀ ਉਹਨਾਂ ਦੀ ਸ਼ਹਾਦਤ ਦੇ ਉੱਤੇ ਮਾਣ ਕਰ ਰਹੇ ਨੇ। ਪੂਰੇ ਸ਼ਹਿਰ ਦੇ ਵਿੱਚ ਬੈਨਰ ਲਗਾਏ ਜਾ ਰਹੇ ਨੇ। ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਜਗਰਾਓਂ ਪਹੁੰਚ ਰਹੀ ਹੈ ਦਿੱਲੀ ਤੋਂ। ਤਾਂ ਫੌਜ ਦੇ ਜਵਾਨ ਵੀ, ਉਹਨਾਂ ਦੇ ਆਫੀਸਰ ਵੀ ਅੱਜ ਇਸ ਪਿੰਡ ਦੇ ਵਿੱਚ, ਇਸ ਜਗਰਾਓਂ ਦੇ ਵਿੱਚ ਪਹੁੰਚੇ ਹੋਏ ਨੇ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ। ਅੰਤਿਮ ਰਸਮਾਂ ਜਿਹੜੀਆਂ ਸਨਮਾਨਾਂ ਦੇ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਕਰਨਾ ਹੈ, ਉਹਦੀਆਂ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ। ਬਾਪੂ ਜੀ, ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਦਰਬਾਰਾ ਸਿੰਘ। ਦਰਬਾਰਾ ਸਿੰਘ ਜੀ, ਸ਼ਹੀਦ ਪਰਮਿੰਦਰ ਸਿੰਘ ਜੀ ਅੱਜ ਦੇਸ਼ ਤੋਂ ਜਾਨ ਕੁਰਬਾਨ ਕਰ ਰਹੇ ਨੇ। ਅੱਜ ਪੂਰਾ ਦੇਸ਼ ਅੱਜ ਉਹਨਾਂ ਦੀ ਸ਼ਹਾਦਤ ਦੇ ਉੱਤੇ ਉਹਨਾਂ ਦੀਆਂ ਅੱਖਾਂ ਨਮ ਨੇ, ਕਿਵੇਂ ਦੇਖਦੇ ਹੋ? ਹਾਂਜੀ, ਅਸੀਂ ਬਹੁਤ ਵਧੀਆ ਦੇ ਰਹੇ ਵੀ ਬਹੁਤ ਗੰਦੀ ਜਗ੍ਹਾ ਤੇ ਚੀਨ ਦੇ ਬਾਰਡਰ ਤੇ ਇਹਨਾਂ ਸ਼ਹੀਦੀਆਂ ਪਾਈਆਂ ਨੇ, ਇਹਨਾਂ ਨੂੰ ਸ਼ਹੀਦੀ ਕਰਾਰ ਦਿੱਤਾ ਜਾਵੇ। ਔਰ ਅਸੀਂ ਬੇਨਤੀ ਕਰਨੇ ਆ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੂੰ ਕਿ ਇਸ ਗਰੀਬ ਪਰਿਵਾਰ ਦੀ ਜਿੰਨੀ ਤੋਂ ਵੱਧ ਮਦਦ ਕੀਤੀ ਜਾਵੇ। ਆਪਾਂ ਗੱਲਬਾਤ ਕਰ ਰਹੇ ਸੀਗੇ, ਮੁਲਾਕਾਤ ਹੁੰਦੀ ਸੀਗੀ ਪਰਮਿੰਦਰ ਸਿੰਘ ਜੀ ਹੋਰਾਂ ਦੇ ਨਾਲ, ਕਿੱਦਾਂ ਦਾ ਸੁਭਾਅ ਸੀ ਉਹਨਾਂ ਦਾ, ਕਿਵੇਂ ਲੋਕਾਂ ਨਾਲ ਵਿਚਰਦੇ ਸੀ ਇੱਥੇ? ਬਹੁਤ ਵਧੀਆ ਸੁਭਾਅ ਦੇ ਇਨਸਾਨ ਸਨ। ਆਰਮੀ ਦੇ ਵਿੱਚ ਉਹਨਾਂ ਨੇ 24-25 ਸਾਲ ਨੌਕਰੀ ਕੀਤੀ ਹੈ। ਕਿ ਮੇਰਾ ਲੜਕਾ ਵੀ ਇਸੇ ਰੈਜੀਮੈਂਟ ਦੇ ਵਿੱਚ ਹੈ। ਉਹਨਾਂ ਤੋਂ ਵੀ ਅਸੀਂ ਪੁੱਛ ਗਿੱਛ ਕੀਤੀ, ਬਹੁਤ ਵਧੀਆ ਸੁਭਾਅ ਦੇ। 8-9 ਮਹੀਨੇ ਹੋ ਗਏ ਛੁੱਟੀ ਨਹੀਂ ਮਿਲੀ। ਅਜੇ ਨਾਇਬ ਸੂਬੇਦਾਰ ਹੁਣੀ ਉੱਧਰ ਬਣੇ ਸੀ, ਉਸ ਤੋਂ ਬਾਅਦ ਅਜੇ ਤੱਕ ਛੁੱਟੀ ਨਹੀਂ ਆਏ। ਆਹ ਮਾਲਕ ਦੀ ਜਿਹੜੀ ਬਹੁਤ ਮਾੜੀ ਹਾਲਤ, ਜਿਹਨੇ ਆਹ ਡੈੱਡ ਬਾਡੀ ਆ ਰਹੀ ਹੈ। ਤਾਂ ਇਹ ਅੱਜ ਜਗਰਾਓਂ ਦੇ ਵਾਸੀਆਂ ਦੀਆਂ ਅੱਖਾਂ ਵੀ ਨਮ ਨੇ। ਨੌਜਵਾਨ ਲਗਾਤਾਰ ਸ਼ਹੀਦ ਪਰਮਿੰਦਰ ਸਿੰਘ ਜੀ ਦੇ ਜਗ੍ਹਾ ਦੇ ਉੱਤੇ ਬੈਨਰ ਲਗਾਏ ਜਾ ਰਹੇ ਨੇ, ਸ਼ਰਧਾਂਜਲੀਆਂ ਭੇਂਟ ਕਰਨ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਅੰਤਿਮ ਰਸਮਾਂ ਜਿਹੜੀਆਂ ਉਹ ਵੀ ਅਦਾ ਕੀਤੀਆਂ ਜਾਣਗੀਆਂ। ਨੌਜਵਾਨ ਵੀ ਨੇ। ਵੀਰ ਜੀ, ਕੀ ਨਾਂ ਤੁਹਾਡਾ? ਸੰਦੀਪ ਜੀ। ਦੀਪ ਜੀ, ਅੱਜ ਸੂਬੇਦਾਰ ਪਰਮਿੰਦਰ ਸਿੰਘ ਜੀ ਹੋਰਾਂ ਨੇ ਦੇਸ਼ ਦੇ ਉੱਤੋਂ ਜਾਨ ਕੁਰਬਾਨ ਕੀਤੀ ਹੈ। ਨੌਜਵਾਨਾਂ ਦੇ ਲਈ ਬਹੁਤ ਵੱਡਾ ਇੱਕ ਸੁਨੇਹਾ ਮਿਲਿਆ ਹੈ, ਕਿਵੇਂ ਤੁਸੀਂ ਦੇਖਦੇ ਹੋ? ਵੈਸੇ ਤਾਂ ਬਹੁਤ ਮਾੜਾ ਹੀ ਹੋਇਆ ਜੀ। ਅਸੀਂ ਸ਼ੁਰੂ ਤੋਂ ਇਹ ਸਾਡੇ ਮਹੱਲੇ ਦੇ ਵਿੱਚ ਸਾਡੇ ਘਰਾਂ ਕੋਲ ਹੀ ਹੈ ਵੀ ਆ ਪਿੱਛੇ ਜੇ ਆਏ ਸੀ, ਇਹ ਪਹਿਲਾਂ ਹੋਰ ਬੰਨੇ ਸੀ, ਉੱਥੋਂ ਸਾਰੇ ਫੈਮਿਲੀ ਨੂੰ ਇੱਥੇ ਲੈ ਕੇ ਆਏ ਸੀ ਤੇ ਔਰ ਜਦੋਂ ਇਹ ਦੁਬਾਰਾ ਛੁੱਟੀ ਤੇ ਚਲੇ ਗਏ ਸੀ, ਛੁੱਟੀ ਕੱਟ ਕੇ। ਇੱਥੇ ਕਿਵੇਂ ਰਹਿੰਦੇ ਸੀਗੇ? ਸਾਰਿਆਂ ਨਾਲ ਸੁਭਾਅ ਬਹੁਤ ਚੰਗਾ ਸੁਭਾਅ ਸੀ, ਬੜਾ ਨਾਈਸ ਬੰਦਾ ਸੀ, ਗੁੱਡ ਬੰਦਾ ਸੀ। ਮਾਣ ਹੁੰਦਾ ਹੈ ਵੀ ਅੱਜ ਆਪਣੇ ਮੁਹੱਲੇ ਦਾ, ਆਪਣੇ ਘਰ ਦਾ ਇੱਕ ਜੀ ਦੇਸ਼ ਤੋਂ ਜਾਣ ਕੁਰਬਾਨ। ਜੀ ਹਾਂਜੀ, ਬਹੁਤ ਸਾਨੂੰ ਅਸੀਂ ਤਾਂ ਧੰਨਵਾਦ ਕਰਦੇ ਹਾਂ ਪੂਰੀ ਸੰਗਤ ਦਾ ਵੀ ਸਾਨੂੰ ਇੰਨਾ ਕੀ ਫੀਲਿੰਗ ਹੋ ਰਹੀ ਆ। ਇਦਾਂ ਦਾ ਬੰਦਾ ਸੀ ਨਾ ਵੀ ਦੁਨੀਆ ਦੇ ਜੰਮਣਾ ਹੀ ਨਹੀਂ ਇਹੋ ਜਿਹਾ ਬੰਦਾ। ਇੰਨਾ ਵਧੀਆ ਨੇਕ ਮੁੰਡਾ ਸੀਗਾ, ਕਿਸੇ ਨਾਲ ਅੱਜ ਤੱਕ ਮਤਲਬ ਨਾਲ ਗੱਲ ਕਰਨੀ। ਆ ਹੁਣੇ ਜੇ ਲੋਕਡਾਊਨ ਤੋਂ ਪਹਿਲਾਂ ਇੱਥੇ ਸੀਗੇ, ਹਰੇਕ ਨਾਲ ਜੀ ਆਇਆਂ ਨੂੰ ਬਸ। ਤਾਂ ਇਹ ਪਿਆਰ ਲੋਕਾਂ ਦੇ ਨਾਲ ਅਜਿਹਾ ਪਾਇਆ ਕਿ ਅੱਜ ਬੇਸ਼ੱਕ ਅੱਖਾਂ ਨਮ ਨੇ, ਦਿਲ ਦੇ ਵਿੱਚ ਦਰਦ ਹੈ, ਪਰ ਉਸ ਨੂੰ ਯਾਦ ਇਸ ਤਰੀਕੇ ਦੇ ਨਾਲ ਉਸ ਸ਼ਹੀਦ ਨੂੰ ਕੀਤਾ ਜਾ ਰਿਹਾ ਹੈ। ਕਹਿੰਦੇ ਵੀ ਨਾ ਤਾਂ ਅੱਜ ਤੱਕ ਕਿਸੇ ਨੂੰ ਮਾੜੀ ਚੰਗੀ ਕਹੀ ਤੇ ਨਾ ਹੀ ਸੁਣੀ। ਤਾਂ ਅੱਜ ਸ਼ਹੀਦ ਪਰਮਿੰਦਰ ਸਿੰਘ ਨੂੰ ਹਮਦਰਦ ਮੀਡੀਆ ਗਰੁੱਪ ਦੇ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਨੇ। ਅਸੀਂ ਵੀ ਉਸ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ ਤੇ ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਵਾਹਿਗੁਰੂ ਪਾਣਾ ਮੰਨਣ ਦਾ ਬਲ ਬਖਸ਼ੇ। ਕੁਝ ਸਮੇਂ ਬਾਅਦ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹ ਦਿੱਲੀ ਤੋਂ ਇੱਥੇ ਪਹੁੰਚੇਗੀ ਤੇ ਉਸ ਤੋਂ ਬਾਅਦ ਉਹਨਾਂ ਦਾ ਸਰਕਾਰੀ ਸਨਮਾਨਾਂ ਦੇ ਨਾਲ, ਅੰਤਿਮ ਰਸਮਾਂ ਦੇ ਨਾਲ ਅੰਤਿਮ ਸੰਸਕਾਰ ਉਹਨਾਂ ਦਾ ਕੀਤਾ ਜਾਵੇਗਾ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਮਿੰਦਰ ਸਿੰਘ, ਹਮਦਰਦ TV, ਜਗਰਾਓਂ।